ਵਿਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਆਵੋ ਸਿੱਖ ਸਤਿ ਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕਾ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਵਾ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਿੰਗ ਪਾਣੀ। ਕਹੈ ਨਾਨਕ ਸਦਾ ਗਾਵੋ, ਇਹੋ ਸੱਚੀ ਬਾਣੀ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣ, ਜਾਉ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤੁਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ ਸਲੋਕ। ਗੁਰ ਗੋਬਿੰਦ ਗੋਪਾਲ ਗੁਰ, ਗੁਰ ਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ, ਗੁਰ ਨਾਨਕ ਪਤਿਤ ਉਦਾਹਰਣ ਹੈ। ਭਉ ਜਲ ਬਿਖਮ ਅਸਗਾਹ, ਗੁਰ ਬੋਹਿਥੈ ਤਾਰਿਅਮ। ਨਾਨਕ ਪੂਰਕ ਰਮ, ਸਤਿਗੁਰ ਚਰਣੀ ਲੱਗਿਆ। ਪੌੜੀ। ਧੰਨ ਧੰਨ ਗੁਰਦੇਵ, ਜਿਸ ਸੰਗ ਹਰਿ ਜਪੇ। ਗੁਰ ਕਿਰਪਾਲ ਜਬ ਭਏ, ਤਾਂ ਅਵਗੁਣ ਸਭ ਛਪੇ। ਪਾਰ ਬ੍ਰਹਮ ਗੁਰ ਦੇ, ਨੀਚਾਹੁ ਉਚ ਥਪੇ। ਕਾਟ ਸਿਲਕ ਦੁਖ ਮਾਇਆ, ਕਰ ਲੀਨੇ ਆਪ ਦਸੇ। ਗੁਣ ਗਾਏ ਬੇਅੰਤ, ਰਸਨਾ ਹਰਿ ਜਸੇ। ਗੁਣ ਗਾਏ ਬੇਅੰਤ, ਰਸਨਾ ਹਰਿ ਜਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ, ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਰਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ, ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ, ਅਤੇ ਚੱਲ ਰਹੀ ਲੜੀਵਾਰ ਕਥਾ
ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਬੈਠੇ ਹਾਂ। ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 710 ਅੰਕ 'ਤੇ ਹੈ ਅਤੇ 19ਵਾਂ ਸ਼ਬਦ ਹੈ। ਮਹਾਰਾਜ ਜੀ ਕੀ ਕਿਰਪਾ ਕਰਦੇ ਨੇ, ਆਓ ਸਰਵਣ ਕਰੀਏ। ਗੁਰ ਗੋਬਿੰਦ ਗੋਪਾਲ ਗੁਰ, ਗੁਰ ਪੂਰਨ ਨਾਰਾਇਣ ਹੈ। ਗੋਬਿੰਦ ਵੀ ਰੱਬ ਦਾ ਨਾਮ ਹੈ ਅਤੇ ਗੋਪਾਲ ਵੀ ਉਸ ਦਾ ਨਾਮ ਹੈ। ਨਾਰਾਇਣ ਇਹ ਵੀ ਉਹਦਾ ਨਾਮ ਹੈ। ਗੋਬਿੰਦ ਸਭ ਕੁਝ ਜਾਣਨੇ ਵਾਲਾ, ਜਿਹਨੂੰ ਹਰ ਇੱਕ ਦੀ ਸੋਝੀ, ਸਭ ਕਾਸੇ ਦੀ ਸੋਝੀ ਹੈ। ਗੋਬਿੰਦ, ਗੋ ਧਰਤੀ ਨੂੰ ਕਿਹਾ ਜਾਂਦਾ, ਬਿੰਦ ਜਾਣਨੇ ਨੂੰ ਕਿਹਾ ਜਾਂਦਾ ਹੈ। ਸੋ ਧਰਤੀ ਦੇ ਸੰਬੰਧ ਵਿੱਚ ਧਰਤੀ 'ਤੇ ਜਿਤਨੇ ਜੀਆ ਜੰਤ ਉਸਨੇ ਪੈਦਾ ਕਰ ਦਿੱਤੇ। ਹੁਣ ਇੱਕ ਧਰਤੀ ਦੀ ਗੱਲ ਥੋੜ੍ਹੀ ਹੈ, ਕਿੰਨੀਆਂ ਕੁ ਧਰਤੀਆਂ ਨੇ, ਲੱਖਾਂ ਹੀ ਧਰਤੀਆਂ, ਲੱਖਾਂ ਹੀ ਆਕਾਸ਼ ਉਸ ਦੇ ਬਣਾਏ ਹੋਏ ਨੇ, ਸਭ ਦੀ ਉਸ ਨੂੰ ਜਾਣਕਾਰੀ ਹੈ। ਗੋਬਿੰਦ ਹੈ। ਗੋਪਾਲ ਗੁਰ, ਗੋਪਾਲ ਫਿਰ ਪਾਲਦਾ, ਇਹ ਨਹੀਂ ਇਕੱਲਾ ਜਾਣਕਾਰੀ ਹੈ, ਪਰਵਰਿਸ਼ ਕਰਦਾ, ਕਿਹਨੂੰ ਕੀ ਚਾਹੀਦਾ, ਕਿਹਨੂੰ ਕੀ ਚਾਹੀਦਾ। ਸੋ ਹਰ ਇੱਕ ਦੀ ਉਹ ਪਰਵਰਿਸ਼ ਕਰਦਾ। ਅਤੇ ਪਰਵਰਿਸ਼ ਸੋ ਜਿਹੜੀ ਆ ਹਰ ਇੱਕ ਦਾ ਪਰਵਰਿਸ਼ ਵਾਸਤੇ ਉਹਦੀ ਖੁਰਾਕ ਵੀ ਅੱਡ ਅੱਡ ਹੀ ਹੈ। ਹਰੇਕ ਦੀ ਖੁਰਾਕ ਅੱਡ ਅੱਡ ਹੈ। ਜਿਵੇਂ ਭਾਈ ਦਰੱਖਤਾਂ ਦੀ ਖੁਰਾਕ ਅੱਡ ਹੈ, ਮਨੁੱਖ ਦੀ ਖੁਰਾਕ ਅੱਡ ਹੈ, ਕੀੜੇ ਮਕੌੜੇ, ਜੀ ਜੰਤ ਪਕਸ਼ੀ, ਉਹ ਸਾਰਿਆਂ ਦੀ ਅੱਡ ਅੱਡ ਹੀ ਖੁਰਾਕ ਹੈ। ਸਭਨਾਂ ਨੂੰ ਪਾਲਦਾ ਹੈ, ਸਭਨਾਂ ਦੀ ਉਹ ਪਰਵਰਿਸ਼ ਕਰਦਾ ਹੈ। ਗੋਪਾਲ ਗੁਰ ਪੂਰਨ ਨਾਰਾਇਣ। ਸੋ ਗੁਰ ਪੂਰਨ ਨਾਰਾਇਣ, ਉਹ ਪੂਰਨ ਹੈ। ਨਾਰਾਇਣ, ਨਾਰਾਇਣ ਹੁੰਦਾ ਅਗਿਆਨਤਾਈ ਨੂੰ ਕੱਟਣੇ ਵਾਲਾ, ਜਿੱਥੇ ਅਗਿਆਨਤਾਈ ਦਾ ਹਨੇਰਾ ਨਹੀਂ ਹੁੰਦਾ ਹੈ। ਹੁਣ ਗੁਰ ਜਿਹੜਾ ਸ਼ਬਦ ਹੈ, ਗੁਰ ਦਾ ਅਰਥ ਹੁੰਦਾ ਹੈ ਗਿਆਨ। ਗੁਰ ਦਾ ਅਰਥ ਗਿਆਨ ਹੈ। ਗਿਆਨ ਦੁਆਰਾ ਹੀ ਪਤਾ ਚੱਲਦਾ ਵੀ ਉਹ ਸਾਰਿਆਂ ਦੀ ਪਾਲਣਾ ਕਰ ਰਿਹਾ ਹੈ। ਜਦੋਂ ਗੁਰੂ ਦਾ ਗਿਆਨ ਮਿਲਦਾ ਹੈ, ਗੁਰਬਾਣੀ ਦੇ ਗਿਆਨ 'ਚ ਵੀ ਪਤਾ ਲੱਗਿਆ ਵੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਵੀ ਆਪ ਹੈ ਅਤੇ ਪਾਲਣ ਕਰਨ ਵਾਲਾ ਵੀ ਆਪ ਹੈ। ਸੋ ਜੇ ਤੂੰ ਚਾਹੁੰਦਾ ਵੀ ਤੇਰੇ ਅੰਦਰ ਹਨੇਰਾ ਖਤਮ ਹੋ ਜਾਵੇ, ਅਗਿਆਨਤਾ ਹੀ ਨਾ ਰਹੇ। ਸਭ ਤੋਂ ਮਾੜਾ ਹਨੇਰਾ ਤਾਂ ਭਰਮ ਦਾ ਹੁੰਦਾ ਹੈ। ਭਰਮ ਦਾ ਹਨੇਰਾ ਕੱਟਣਾ ਬੜਾ ਔਖਾ ਜੀ। ਕੋਈ ਵੀ ਵਿੱਦਿਆ ਜਿਹੜੀ ਆ ਉਹ ਭਰਮ ਦਾ ਹਨੇਰਾ ਨਹੀਂ ਕੱਟ ਸਕਦੀ ਹੈ। ਇੱਕ ਗੁਰਬਾਣੀ ਦਾ ਗਿਆਨ ਹੈ, ਜਿਹਨੂੰ ਗੁਰ ਕਹਿ ਦਿੱਤਾ। ਗੁਰ, ਗੁਰ ਕੀ ਹੈ? ਗਿਆਨ। ਇਹ ਫਿਰ ਭਰਮ ਦੇ ਹਨੇਰੇ ਨੂੰ ਕੱਟਣ ਦੀ ਸਮਰੱਥਾ ਰੱਖਦਾ ਹੈ। ਜਿੰਨਾ ਚਿਕਰ ਸਾਡਾ ਭਰਮ ਦਾ ਹਨੇਰਾ ਨਹੀਂ ਕੱਟ ਹੁੰਦਾ, ਉਨਾ ਚਿਕਰ ਅਸੀਂ ਪੂਰਨ ਨਹੀਂ ਬਣ ਸਕਦੇ। ਅਧੂਰੇ ਹਾਂ, ਅਧੂਰੇ ਹਾਂ ਅਸੀਂ ਸਾਰੇ। ਸੋ ਜਦੋਂ ਭਰਮ ਦਾ ਹਨੇਰਾ ਕੱਟਿਆ ਗਿਆ, ਚਾਨਣ ਹੋ ਗਿਆ, ਫਿਰ ਇਹ ਪੂਰਨ ਬਣਦਾ। ਰੱਬ ਪੂਰਨ ਹੈ ਕਿਉਂਕਿ ਉੱਥੇ ਹਨੇਰਾ ਨਹੀਂ ਹੈ, ਉੱਥੇ ਭਰਮ ਨਹੀਂ ਹੈ, ਇਸ ਕਰਕੇ ਉਹ ਪੂਰਨ ਹੈ। ਹੁਣ ਜਦੋਂ ਆਪਣੇ ਵਿੱਚ ਮਿਲਦਾ, ਜਦੋਂ ਚਾਨਣ ਆਪਣੇ ਵਿੱਚ ਮਿਲੇਗਾ ਹਨੇਰੇ ਨੂੰ, ਉਹ ਚਾਨਣ ਹੀ ਬਣੇਗਾ। ਚਾਨਣ ਬਣਾ ਕੇ ਮਿਲਦਾ, ਬਲਕਿ ਉਹ ਹਨੇਰੇ ਨੂੰ ਪਹਿਲਾਂ ਚਾਨਣ ਵਿੱਚ ਤਬਦੀਲ ਕਰਦਾ, ਫਿਰ ਆਪਣੇ ਵਿੱਚ ਉਹਨੂੰ ਅਭੇਦ ਕਰ ਲੈਂਦਾ ਹੈ। ਸੋ ਇਸੇ ਤਰ੍ਹਾਂ ਰੱਬ ਜਿਹੜਾ ਆ, ਸੋ ਪਹਿਲੋਂ ਜੀਵ ਨੂੰ ਇਹ ਚਾਨਣ ਬਖਸ਼ਦਾ, ਉਹਦੇ ਅੰਦਰ ਹਨੇਰਾ ਕੱਟਦਾ, ਹਨੇਰਾ ਖਤਮ ਹੁੰਦਾ, ਫਿਰ ਉਸ ਨੂੰ ਆਪਣੇ ਵਿੱਚ ਮਿਲਦਾ। ਹੁਣ ਉਹਦਾ ਹਨੇਰਾ ਕੱਟ ਕਿੱਦਾਂ ਹੁੰਦਾ, ਚਾਨਣ ਮਿਲਦਾ ਕਿੱਦਾਂ? ਕਹਿੰਦੇ ਗੁਰੂ ਦੁਆਰਾ। ਗੁਰੂ ਦੁਆਰਾ। ਸੋ ਜਦੋਂ ਗੁਰੂ ਉਹਦੇ ਤੋਂ ਅਭਿਆਸ ਕਰਾਉਂਦਾ, ਉਹਨੂੰ ਗਿਆਨ ਕਰਾਉਂਦਾ, ਉਹਦੇ ਕੋਲ ਜਪ ਤਪ ਕਰਾਉਂਦਾ, ਉਹਨੂੰ ਸੋਝੀ ਮਿਲਦੀ ਹੈ, ਸੰਸਾਰ ਦੀ ਸੋਝੀ ਮਿਲਦੀ। ਹੁਣ ਗੁਰੂ ਹੀ ਸਾਨੂੰ ਕਹਿੰਦਾ ਪ੍ਰਾਣੀ ਤੂੰ ਆਇਆ ਲਾਹਾ ਲੈਣ। ਇਹ ਸਾਡੀ ਸਿੱਖਿਆ ਹੈ, ਸਾਡੀ ਪੜ੍ਹਾਈ ਹੈ, ਸਾਡੀ ਸਟੱਡੀ ਹੈ। ਲੱਗਾ ਕਿਤਕ ਫਕੜੇ ਮੁਕਦੀ ਚੱਲੀ ਰਹਿਣ। ਕਿਹੜੇ ਕੰਮਾਂ 'ਚ ਲੱਗ ਗਿਆ? ਸੋ ਤੇਰਾ ਜਿਹੜਾ ਕੰਮ ਹੈ ਉਹ ਹੈ ਲਾਹਾ ਲੈਣਾ, ਬੰਦਗੀ ਕਰਨੀ। ਇਹ ਗੁਰੂ ਸਾਨੂੰ ਦ੍ਰਿੜ ਕਰਾਉਂਦਾ ਹੈ। ਪਰ ਉਹ ਹੌਲੀ ਹੌਲੀ ਕਰਕੇ ਗੁਰੂ ਜਿਹੜਾ ਜਦੋਂ ਇਹ ਮਨੁੱਖ ਪੂਰਾ ਮਨੁੱਖ ਬਣ ਗਿਆ, ਜਦੋਂ ਬੰਦਾ ਇਹ ਪੂਰਾ ਬੰਦਾ ਬਣ ਗਿਆ, ਜਦੋਂ ਇਨਸਾਨ ਪੂਰਾ ਇਨਸਾਨ ਬਣ ਗਿਆ, ਸੋ ਜੋ ਇਹਨੂੰ ਦਿੱਤਾ ਹੈ ਨਾ, ਉਹ ਪੂਰਾ ਤਾਂ ਬਣੇ, ਉਹ ਤਾਂ ਅਧੂਰਾ ਹੈ। ਇਹਨੂੰ ਬੰਦਾ ਕਹਿ ਲਈਏ ਅਸੀਂ ਤਾਂ ਬੰਦਾ ਵੀ ਨਹੀਂ ਕਹਿ ਸਕਦੇ।
ਗੁਰੂ ਤੋਂ ਪੁੱਛੋ ਬੰਦਾ ਕੌਣ ਹੈ, ਕਹਿੰਦੇ ਜਿਹੜੇ ਬੰਦਗੀ ਕਰਦਾ। ਇਸ ਕਰਕੇ ਅਧੂਰਾ ਆ। ਇਨਸਾਨੀਅਤ ਹੀ ਖਤਮ ਹੋ ਗਈ ਤਾਂ ਇਨਸਾਨ ਵੀ ਪੂਰਾ ਨਹੀਂ। ਹੁਣ ਇਨਸਾਨੀਅਤ ਖਤਮ, ਇੱਕ ਦੂਜੇ 'ਤੇ ਜ਼ੁਲਮ ਕਰਦਾ, ਇੱਕ ਦੂਜੇ ਦਾ ਮਾੜਾ ਸੋਚਦਾ, ਭਲਾ ਹੀ ਆਪਣਾ ਸੋਚਦਾ, ਚੰਗਾ ਹੀ ਆਪਣਾ ਸੋਚਦਾ। ਇਨਸਾਨੀਅਤ ਤਾਂ ਹੈ ਨਹੀਂ। ਇਹ ਤਾਂ ਇਨਸਾਨੀਅਤ ਵਿੱਚ ਵੀ ਪੂਰਾ ਨਹੀਂ। ਇਹਨੂੰ ਬੰਦਾ ਨਹੀਂ ਕਹਿ ਸਕਦੇ, ਇਨਸਾਨ ਨਹੀਂ ਕਹਿ ਸਕਦੇ, ਮਨੁੱਖ ਨਹੀਂ ਕਹਿ ਸਕਦੇ, ਪੁਰਖ ਨਹੀਂ ਕਹਿ ਸਕਦੇ, ਹੈ ਨਾ। ਸੋ ਇਹ ਜੋ ਇਹਨੂੰ ਬਣਾਇਆ ਉਹਦੇ ਵਿੱਚ ਹੀ ਨਹੀਂ ਪੂਰਾ, ਅਤੇ ਇਹ ਰੱਬ ਇਹਨੂੰ ਕਿੱਦਾਂ ਆਪਣੇ ਵਿੱਚ ਰਲਾ ਲਊਗਾ। ਗੁਰੂ ਇਸ ਨੂੰ ਪੂਰਾ ਕਰਦਾ ਹੈ। ਜਦੋਂ ਇਹ ਪੂਰਾ ਹੁੰਦਾ ਉਸ ਵਕਤ ਫਿਰ ਗੁਰੂ ਅਕਾਲ ਪੁਰਖ ਪਰਮਾਤਮਾ ਇਸ ਨੂੰ ਆਪਣੇ ਵਿੱਚ ਅਭੇਦ ਕਰਦਾ ਹੈ। ਗੁਰ ਪੂਰਨ ਨਾਰਾਇਣ। ਜਦੋਂ ਗਿਆਨ ਵਿੱਚ ਪੂਰਾ ਹੁੰਦਾ ਉਦੋਂ ਇਹ ਨਾਰਾਇਣ ਵਿੱਚ ਅਭੇਦ ਹੁੰਦਾ, ਉਦੋਂ ਉਹਦੇ ਵਿੱਚ ਅਭੇਦ ਹੁੰਦਾ ਹੈ। ਅੱਗੇ ਕਹਿੰਦੇ ਨੇ ਗੁਰ ਦਇਆਲ ਸਮਰੱਥ ਗੁਰ ਨਾਨਕ ਪਤਿਤ ਉਦਾਹਰਣ। ਉਹ ਪਾਪੀਆਂ ਦਾ ਵੀ ਉਦਾਰ ਕਰਦਾ ਹੈ। ਹਾਂਜੀ। ਸੋ ਹੁਣ ਗੁਰ ਦਇਆਲ ਸਮਰੱਥ ਗੁਰ, ਇਹ ਗਿਆਨ ਦੇ ਨਾਲ ਪਤਾ ਲੱਗਾ। ਜਦੋਂ ਗੁਰੂ ਨੇ ਗਿਆਨ ਦਿੱਤਾ ਨਾ, ਫਿਰ ਰੱਬ ਦੀ ਸਮਰੱਥਾ ਦਾ ਪਤਾ ਲੱਗਾ, ਉਹਦੀ ਤਾਕਤ ਦਾ ਪਤਾ ਲੱਗਾ। ਸੋ ਜੇ ਆਪਾਂ ਕਹਿੰਦੇ ਗੁਰੂ ਹੀ ਸਮਰੱਥਾ ਦਾ ਮਾਲਕ ਹੈ, ਪਰ ਇੱਥੇ ਗੁਰ 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 ਸ਼ਬਦ, ਗੁਰ ਦਾ ਅਰਥ ਹੁੰਦਾ ਗਿਆਨ। ਵੀ ਗਿਆਨ ਦੇ ਨਾਲ ਪਤਾ ਲੱਗਾ, ਉਹ ਗਿਆਨ ਦੇਣੇ ਵਾਲਾ ਗੁਰੂ ਹੈ। ਗੁਰੂ ਨੇ ਤਾਂ ਗਿਆਨ ਦਿੱਤਾ, ਗੁਰੂ ਨੇ ਗਿਆਨ ਦਿੱਤਾ, ਗਿਆਨ ਦਿੱਤਾ ਗੁਰਬਾਣੀ ਦਾ, ਰੱਬ ਦਾ ਗਿਆਨ ਦੇ ਦਿੱਤਾ। ਭਾਈ ਰੱਬ ਸਮਰੱਥਾ ਦਾ ਮਾਲਕ ਹੈ, ਉਹ ਪੈਦਾ ਕਰ ਸਕਦਾ, ਉਹ ਖਤਮ ਕਰ ਸਕਦਾ ਹੈ, ਉਹ ਕਿਸਮਤ ਬਦਲ ਦਿੰਦਾ, ਲੇਖਾਂ ਨੂੰ ਪੁੱਠਿਆਂ ਨੂੰ ਸਿੱਧੇ ਕਰਨੇ ਵਾਲਾ ਉਹ ਆਪ ਹੈ, ਹੋਰ ਕੋਈ ਨਹੀਂ ਕਰ ਸਕਦਾ। ਗੁਰੂ ਨੇ ਗਿਆਨ ਦਿੱਤਾ ਹੈ। ਜਿਹੜਾ ਗੁਰਬਾਣੀ ਦੇ ਗਿਆਨ ਦੇ ਨਾਲ ਜੁੜਦਾ ਉਹਦੇ ਲੇਖ ਪੁੱਠੇ ਵੀ ਸਿੱਧੇ ਹੋ ਜਾਂਦੇ ਨੇ, ਕਿਉਂਕਿ ਮੰਨ ਗਿਆ ਇਸ ਗੱਲ ਨੂੰ, ਸਮਝ ਗਿਆ ਹੈ। ਗੁਰੂ ਨੇ ਗਿਆਨ ਬਖਸ਼ਿਸ਼ ਕੀਤਾ ਕਿ ਉਹ ਦਿਆਲੂ ਹੈ। ਦਿਆਲੂ ਦਾ ਮਤਲਬ ਦਇਆਲ, ਦਇਆ ਦਾ ਘਰ ਹੈ, ਉਹਦੇ ਘਰ ਵਿੱਚ ਕਦੀ ਦਇਆ ਖਤਮ ਨਹੀਂ ਹੋ ਸਕਦੀ ਹੈ। ਫਿਰ ਸਮਰੱਥ ਗੁਰ, ਸਾਰੇ ਕੰਮ ਕਰਨੇ ਉਹਦੀ ਸਮਰੱਥਾ ਦੇ ਵਿੱਚ ਹੈ। ਇਹਦਾ ਗਿਆਨ ਮਿਲਿਆ, ਇਹਦਾ ਗਿਆਨ ਗੁਰੂ ਨੇ ਦਿੱਤਾ ਹੈ। ਇੱਦਾਂ ਨਹੀਂ ਹੋ ਸਕਦੀ ਵੀ ਹਾਂ ਵੀ ਆਹ ਕੰਮ ਨਹੀਂ ਉਹ ਕਰ ਸਕਦਾ, ਆਹ ਹੀ ਕਰ ਸਕਦਾ, ਦਾਤ ਦੇ ਸਕਦਾ, ਲੈ ਨਹੀਂ ਸਕਦਾ। ਇੱਦਾਂ ਕਿੱਦਾਂ ਜੀ? ਉਹ ਭਾਈ ਦੇ ਵੀ ਸਕਦਾ ਅਤੇ ਲੈ ਵੀ ਸਕਦਾ, ਪਰ ਆਪਣੇ ਵਾਸਤੇ ਨਹੀਂ। ਉਹਨੂੰ ਆਪਣੇ ਵਾਸਤੇ ਨਹੀਂ ਚਾਹੀਦੀ। ਜੋ ਦੇਵੈ ਸੋ ਲੇਵੈ ਨਾਹੀਂ। ਜੇ ਉਹਨੇ ਦਾਤ ਸਾਨੂੰ ਦਿੱਤੀ, ਨਹੀਂ ਇਹ ਤਾਂ ਮੈਨੂੰ ਚਾਹੀਦੀ ਸੀ, ਇੰਝ ਨਹੀਂ ਹੈ। ਸਾਡੇ ਹੰਕਾਰ ਨੂੰ ਭੰਨਣ ਵਾਸਤੇ ਦਾਤ ਦੇ ਕੇ ਲੈ ਕੇ ਕਿਸੇ ਦੂਜੇ ਨੂੰ ਦੇ ਦਿੰਦਾ। ਰਾਜੇ ਦੇ ਮਨ ਵਿੱਚ ਹੰਕਾਰ ਆ ਗਿਆ, ਰਾਜੇ ਤੋਂ ਰਾਜ ਲਾ ਕੇ ਭਿਖਾਰੀ ਨੂੰ ਵੀ ਦੇ ਦਿੰਦਾ, ਪਰ ਉਹਨੂੰ ਰਾਜੇ ਦੇ ਰਾਜ ਦੀ ਲੋੜ ਨਹੀਂ, ਉਹ ਤਾਂ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਕਿਸੇ ਵਿਦਵਾਨ ਨੂੰ ਮੂਰਖ ਕਰ ਦੇਣਾ, ਮੂਰਖ ਨੂੰ ਵਿਦਵਾਨ ਕਰ ਦੇਣਾ। ਕਿਸੇ ਵਿਦਵਾਨ ਦੀ ਵਿਦਵਤਾ ਦੀ ਉਸਨੂੰ ਲੋੜ ਨਹੀਂ ਹੈ। ਉਹਨੂੰ ਤਾਂ ਦਿੱਤਾ ਸੀ ਗਿਆਨ ਵੀ ਹਾਂ ਵੀ ਇਹ ਗਾਹਾਂ ਗਿਆਨ ਗਾਹਾਂ ਵੰਡ। ਜੇ ਉਹ ਵਿਦਵਾਨ ਦੇ ਮਨ ਵਿੱਚ ਹੰਕਾਰ ਆ ਗਿਆ, ਉਹ ਵਿਦਵਾਨ ਨੂੰ ਮੂਰਖ ਕਰਨ ਲੱਗਾ ਵੀ ਦੇਰੀ ਨਹੀਂ ਲਾਉਂਦਾ। ਉਹ ਲੈ ਕੇ ਕਿਸੇ ਹੋਰ ਨੂੰ ਦੇ ਦੇਣਾ, ਅਤੇ ਹੋਰ ਤੋਂ ਲੈ ਕੇ ਦੂਜੇ ਤੋਂ, ਇੱਕ ਤੋਂ ਲੈ ਕੇ ਦੂਜੇ ਨੂੰ ਦੇ ਦੇਣਾ, ਦੂਜੇ ਤੋਂ ਲੈ ਕੇ ਫਿਰ ਤੀਜੇ ਨੂੰ ਦੇ ਦੇਣਾ। ਉਹ ਇਹ ਕਰ ਸਕਦਾ, ਪਰ ਉਹਨੂੰ ਆਪ ਲੋੜ ਨਹੀਂ ਹੈ, ਆਪ ਜ਼ਰੂਰਤ ਨਹੀਂ। ਜੋ ਦੇਵੈ ਸੋ ਲੇਵੈ ਨੇ, ਉਹਨੂੰ ਕੀ ਲੋੜ ਹੈ ਵੀ, ਉਹਦਾ ਦੇਣੇ ਵਾਲਾ। ਪਰ ਹੰਕਾਰ ਕਿੱਦਾਂ ਭੰਨੂਗਾ? ਹੰਕਾਰ ਇਸੇ ਇੰਝ ਹੰਕਾਰ ਭੰਨਦਾ, ਦੇ ਕੇ ਲੈ ਵੀ ਲੈਂਦਾ। 10 ਵਸਤੂ ਲੈ ਪਾਛੇ ਪਾਵੈ, ਏਕ ਵਸਤੂ ਕਾਰਨ ਬੇਖੋਟ ਕਵਾਵੈ। ਇੱਕ ਲੈ ਕੇ ਮਾੜਾ ਜਿਹਾ ਉਹ ਹਲੂਣਾ ਦਿੰਦਾ, 10 ਦੇ ਕੇ ਇੱਕ ਲੈ ਕੇ ਇਹਨੂੰ ਹਲੂਣਾ ਦਿੰਦਾ। ਜੇ ਤੇਰੇ ਕੋਲ ਇੱਕ ਵਸਤੂ ਖੋਈ ਜਾ ਸਕਦੀ ਹੈ ਤੇ 10 ਪੀ ਨਾ ਦੇ, ਇੱਕ ਪੀ ਹਰ ਲੈ, ਤੇ 10 ਦੀਆਂ 10 ਵੀ ਤੇਰੇ ਕੋਲ ਲਈਆਂ ਜਾ ਸਕਦੀਆਂ। ਸੋ ਉਹ ਸਮਰੱਥ, ਮਤਲਬ ਉਹਦੀ ਸਮਰੱਥਾ ਦੱਸੀ ਹੈ। ਇਹ ਗੁਰੂ ਦੱਸਦਾ ਵੀ ਕਿੱਡੀ ਕੁ ਸਮਰੱਥਾ ਦਾ ਮਾਲਕ ਹੈ। ਨਾਨਕ ਪਤਿਤ ਉਦਾਹਰਣ ਹੈ। ਨਾਨਕ ਜੀ ਕਹਿੰਦੇ ਨੇ ਗੁਰ, ਨਾਨਕ ਮਤਲਬ ਨਾਨਕ ਜੀ ਕਹਿ ਰਹੇ ਨੇ ਜਿਹੜਾ ਗੁਰੂ ਦਾ ਗਿਆਨ ਹੈ, ਇਹਦੇ ਨਾਲ ਵੱਡੇ ਵੱਡੇ ਜਿਹੜੇ ਪਾਪੀ ਨੇ ਉਹਨਾਂ ਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ। ਇਹ ਨਹੀਂ ਵੀ ਪਾਪੀ ਤਰੇ ਹੀ ਨਹੀਂ ਸਕਦਾ ਜੀ, ਪਾਪੀ ਨੂੰ ਤਾਂ ਸਜ਼ਾ ਮਿਲਣੀ ਹੀ ਮਿਲਣੀ ਹੈ। ਇਹਨੇ ਅਪਰਾਧ ਕੀਤਾ ਹੀ ਕੀਤਾ। ਜਿੰਨਾ ਚਿਰ ਇਹਨੂੰ ਸਜ਼ਾ ਨਹੀਂ ਮਿਲਦੀ ਇਹਦਾ ਅਪਰਾਧ ਘੱਟ ਨਹੀਂ ਹੋਣਾ। ਪਰ ਇਹ ਗੁਰੂ ਨੇ ਸਾਨੂੰ ਇਹ ਗੱਲ ਸਮਝਾਈ ਹੈ, ਵੱਡੇ ਵੱਡੇ ਪਾਪੀਆਂ ਦੇ ਪਾਪ ਵੀ ਕੱਟੇ ਜਾਂਦੇ ਨੇ।
ਕਿਉਂਕਿ ਉਹ ਸਮਰੱਥਾ ਦਾ ਮਾਲਕ ਹੈ, ਉਹ ਕਰ ਸਕਦਾ ਹੈ। ਪਾਪੀਆਂ ਨੂੰ ਵੀ ਮਾਫੀ ਦੇਣ ਦੀ ਸਮਰੱਥਾ ਰੱਖਦਾ ਹੈ, ਪਾਪੀਆਂ ਨੂੰ ਵੀ ਸੰਤ ਬਣਾ ਦਿੰਦਾ, ਪਾਪੀਆਂ ਨੂੰ ਵੀ ਸਾਧ ਬਣਾ ਦਿੰਦਾ ਹੈ। ਸੋ ਕੀਤਾ ਬਾਬੇ ਨਾਨਕ ਨੇ, ਸਾਰਾ ਕੁਝ ਕਰਕੇ ਦਿਖਾ ਲਿਆ ਹੈ। ਉਹ ਅੱਗੇ ਕਹਿੰਦੇ ਨੇ, ਭਉ ਜਲੋ ਬਿਖਮ ਅਸਗਾਹ, ਗੁਰ ਬੋਹਿਥੈ ਤਾਰਿਅਮ। ਗੁਰਬਾਣੀ ਜਿਹੜੀ ਬੋਹਿਤ ਹੈ, ਗੁਰੂ ਦਾ ਗਿਆਨ ਜਿਹੜਾ ਇਹ ਬੋਹਿਤ ਹੈ। ਬੋਹਿਤ ਜਹਾਜ਼ ਨੂੰ ਕਿਹਾ ਜਾਂਦਾ ਹੈ। ਗੁਰਬਾਣੀ ਦਾ ਗਿਆਨ ਬੋਹਿਤ ਹੈ। ਇਹ ਜਿਹੜਾ ਸੰਸਾਰ, ਇਹਨੂੰ ਕਹਿ ਦਿੱਤਾ ਭਉ ਜਲ। ਇਹ ਡਰ ਦਾ ਜਲ ਹੈ, ਕਿਉਂਕਿ ਸਾਰੇ ਪਾਸੇ ਡਰ ਦਾ ਹੀ ਬੋਲਬਾਲਾ ਹੈ। ਕਿਹੜਾ ਨਹੀਂ ਡਰਦਾ ਵੀ? ਆਪਾਂ ਕਹਿੰਦੇ ਜਾਨਵਰਾਂ ਦੇ ਵਿੱਚ ਸ਼ੇਰ ਸਭ ਤੋਂ ਵੱਧ ਤਾਕਤਵਰ ਹੈ, ਸ਼ੇਰ ਵੀ ਡਰਦਾ ਹੈ। ਫਿਰ ਆਪਾਂ ਜਦੋਂ ਦੇਖਦੇ ਪਿਆ ਕੋਈ ਚੱਕਰਵਰਤੀ ਬਾਦਸ਼ਾਹ, ਜਿਹਦੇ ਕੋਲ ਫੌਜਾਂ ਨੇ, ਖਜ਼ਾਨੇ ਨੇ, ਚੱਕਰਵਰਤੀ, ਫਿਰ ਲੈ ਵੀ ਇਹਨੂੰ ਕਿਸੇ ਕਿਸਮ ਦਾ ਡਰ ਨਹੀਂ ਹੁੰਦਾ। ਜੇ ਡਰ ਨਾ ਹੋਵੇ ਤਾਂ ਇੰਨੀਆਂ ਫੌਜਾਂ ਰੱਖ ਕੇ ਕਿਉਂ ਬੈਠਾ? ਫਿਰ ਉਹਦਾ ਰੋਟੀ ਵੀ ਖਾਂਦਾ ਤਾਂ ਉਹ ਟੈਸਟ ਹੁੰਦੀ ਉਹਦੀ ਪਹਿਲੋਂ। ਜਦੋਂ ਉਹਨੇ ਚੱਲਣਾ ਤਾਂ ਜੈਡ ਸਿਕਿਉਰਿਟੀ 'ਚ ਚੱਲਣਾ, ਪਤਾ ਨਹੀਂ ਕਿੱਡੀ ਕਿੱਡੀ ਤਕੜੀ ਸਿਕਿਉਰਿਟੀ ਅਗਲਾ ਰੱਖਦਾ। ਅਗਰ ਡਰ ਨਾ ਹੋਵੇ ਤਾਂ ਐਸਾ ਕੁਝ ਵੀ ਨਾ ਕਰੇ, ਉਹ ਤਾਂ ਐਸਾ ਕੁਝ ਵੀ ਨਾ ਕਰੇ। 10ਵੇਂ ਪਾਤਸ਼ਾਹ ਜੀ ਵਿਚਰੇ ਨੇ ਜਦੋਂ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ, ਇਕੱਲੇ ਸੀਗੇ। ਜੇ ਸਿੰਘ ਨਾਲ ਰੱਖਦੇ ਹੁੰਦੇ ਸੀ ਮਹਾਰਾਜ ਦੇ ਨਾਲ, 25-25 ਸਿੰਘ ਹਰ ਵਕਤ, ਜਾਂ ਰਾਤ ਨੂੰ ਆਰਾਮ ਵੀ ਕਰਦੇ ਤਾਂ 25 ਸਿੰਘ ਨਾਲ ਸਾਹਿਬਾਂ ਦੇ ਆਲੇ ਦੁਆਲੇ, ਜਿੱਦਾਂ ਕਿਤੇ ਪਹਿਰਾ ਲੱਗ ਜਾਣਾ, ਕਿਤੇ ਪਹਿਰਾ ਲੱਗ ਜਾਣਾ। ਇਹ ਨਹੀਂ ਵੀ ਗੁਰੂ ਸਾਹਿਬ ਜੀ ਨੂੰ ਡਰ ਹੁੰਦਾ ਹੈ ਨਾ। ਉਹ ਜਿਹੜੇ ਸਿੰਘ ਹੁੰਦੇ ਉਹਨਾਂ ਦੀ ਸੇਵਾ ਹੁੰਦੀ, ਸੇਵਾ ਸਫਲੀ ਹੁੰਦੀ ਸੀ ਉਹਨਾਂ ਦੀ। ਸੋ ਉਹਨਾਂ ਨੂੰ ਡਰ ਕਰ, ਅਕਾਲ ਪੁਰਖ ਨੂੰ ਡਰ ਨਹੀਂ, ਉਹਦੇ ਪੁੱਤਰ ਨੂੰ ਡਰ ਨਹੀਂ, ਉਹਦੇ ਦਾਸ ਨੂੰ ਡਰ ਨਹੀਂ। ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪਰਚਰ ਕਰਬੇ ਕੋ ਸਾਜਾ। ਉਹਦਾ ਬਾਦਸ਼ਾਹੀਆਂ ਦੇਣੇ ਵਾਲੇ, ਉਹਨਾਂ ਨੂੰ ਕਾਹਦਾ ਡਰ ਸੀਗਾ? ਕੋਈ ਡਰ ਨਹੀਂ ਸੀ ਉਹਨਾਂ ਨੂੰ। ਅਤੇ ਉਂਝ ਆਪਾਂ ਦੁਨੀਆ ਦੇ ਵਿੱਚ ਵੇਖੀਏ ਜੀ, ਬਾਈ ਚੱਕਰਵਰਤੀ ਬਾਦਸ਼ਾਹ ਵੀ ਡਰਦਾ। ਚਾਹੇ ਕੋਈ ਬੁੱਧੀ ਕਰਕੇ ਬਲਵਾਨ ਹੈ, ਉਹਦੇ ਅੰਦਰ ਵੀ ਡਰ ਹੈ। ਚਾਹੇ ਸਰੀਰ ਕਰਕੇ ਬਲਵਾਨ ਹੈ, ਉਸ ਦੇ ਅੰਦਰ ਵੀ ਡਰ ਹੈ। ਚਾਹੇ ਕੋਈ ਸਿੱਧ ਹੈ, ਕਰਾਮਾਤਾਂ ਕਰਕੇ ਬਲਵਾਨ, ਉਸ ਦੇ ਅੰਦਰ ਵੀ ਡਰ। ਗੁਰੂ ਨਾਨਕ ਤੋਂ ਡਰਦੇ ਹੀ ਸੀਗੇ, ਤਦੇ ਡਰਦੇ ਬਾਰੇ ਉਹਨੂੰ ਆਪਣਾ ਚੇਲਾ ਬਣਾਈ ਜਾਂਦੇ। ਕਿਸੇ ਤਰੀਕੇ ਨਾਲ ਸਾਡੇ ਪੰਥ ਵਿੱਚ ਆ ਜਾਵੇ, ਹਮਰੇ ਪੰਥ ਕਰੇ ਉਜਾਲਾ, ਫਿਰ ਸਾਡਾ ਪੰਥ ਬੜਾ ਉਜਾਲਾ ਹੋ ਜਾਊਗਾ। ਡਰ ਸੀ ਮਨ ਦੇ ਵਿੱਚ ਵੀ ਜੇ ਮਤਲਬ ਵੱਖਰਾ ਰਹਿ ਗਿਆ ਤਾਂ ਸਾਡਾ ਪੰਥ ਇਹ ਥੱਲੇ ਚਲ ਜਾਣਾ। ਡਰ ਸੀਗਾ ਹਰੇਕ ਡਰ ਦੇ ਵਿੱਚ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਇਸ ਡਰ ਤੋਂ ਪਾਰ ਕਰ ਦਿੰਦਾ। ਜਿਹੜਾ ਗੁਰਬਾਣੀ ਦਾ ਗਿਆਨ ਆ, ਹੁਣ ਮੈਨੂੰ ਡਰ ਕੀ? ਮੈਨੂੰ ਤਾਂ ਆਪਣੇ ਡਰ ਨਾਲ ਮਤਲਬ ਹੈ। ਕਿਸੇ ਨੂੰ ਕੋਈ ਡਰ ਹੈ, ਕਿਸੇ ਨੂੰ ਕੋਈ ਡਰ ਹੈ। ਹੁਣ ਮੈਨੂੰ ਤਾਂ ਉਹਦੇ ਨਾਲ ਮਤਲਬ ਜਿਹੜਾ ਮੈਨੂੰ ਡਰ ਪਿਆ ਹੋਇਆ। ਗੁਰਬਾਣੀ ਨਾਲ ਜੁੜ ਜਾਓ। ਜਿਹੜਾ ਗੁਰਬਾਣੀ ਨਾਲ ਜੁੜ ਗਿਆ, ਉਹ ਗੁਰਬਾਣੀ ਉਸ ਨੂੰ ਉਸ ਦੇ ਡਰ 'ਚੋਂ ਪਾਰ ਕਰ ਦੂਗੀ। ਕਿੱਦਾਂ ਪਾਰ ਕਰਦੀ ਇਹ ਨਹੀਂ ਪਤਾ ਨਾ। ਔਰ ਜਿਹੜਾ ਪਾਰ ਹੁੰਦਾ ਉਹਨੂੰ ਪਤਾ ਲੱਗਦਾ ਵੀ ਕਿੱਦਾਂ ਮੈਨੂੰ ਪਾਰ ਕਰ ਰਿਹਾ। ਜਿਹਦੀ ਹੁਣ ਬਾਂਹ ਹੀ ਫੜ ਲਈ, ਉਹਨੂੰ ਪਤਾ ਨਾ ਲੱਗੂ ਵੀ ਮੇਰੀ ਬਾਂਹ ਫੜ ਲਈ। ਜਿਹਨੂੰ ਅਕਲ ਆ ਗਈ, ਜਿਹਨੂੰ ਉਸਨੇ ਮੱਤ ਦੇ ਦਿੱਤੀ, ਕਿ ਉਹਨੂੰ ਪਤਾ ਨਹੀਂ ਲੱਗਦਾ ਕਿ ਮੈਨੂੰ ਅਕਲ ਆ ਗਈ। ਪਹਿਲੋਂ ਕੁਝ ਹੋਰ ਸੀ, ਹੁਣ ਮੱਤ ਹੋਰ ਹੋ ਗਈ। ਕਿ ਸਾਨੂੰ ਪਹਿਲੀ ਬੁੱਧ ਦਾ ਪਤਾ ਨਹੀਂ, ਜੋ ਅਸੀਂ ਪਹਿਲਾ ਜੀਵਨ ਜੀਵਿਆ ਅਤੇ ਬਚਪਨ ਚੇਤੇ ਹੈ, ਜਵਾਨੀ ਚੇਤੇ, ਪਹਿਲਾ ਜੀਵਨ ਜੋ ਜੀਵਿਆ ਚੇਤੇ ਆਪਣੀ ਅਕਲ ਅਨੁਸਾਰ ਜੀਵਿਆ। ਪਰ ਹੁਣ ਮੱਤ ਹੋਰ ਦੀ ਹੋਰ ਉਸਨੇ ਕਰ ਦਿੱਤੀ, ਬਾਂਹ ਫੜ ਲਈ ਉਸਨੇ। ਪਤਾ ਨਹੀਂ ਲੱਗਦਾ, ਪਤਾ ਲੱਗਦਾ। ਸੋ ਉਹ ਫਿਰ ਇਸ ਭੈ ਦਾ ਸਮੁੰਦਰ ਸਗਾਹ ਹੁੰਦਾ ਹੈ। ਜਿਹੜਾ ਆ ਦੂਜਾ ਸਮੁੰਦਰ, ਇਹਦਾ ਤਾਂ ਡੂੰਘਾਈ ਦਾ ਪਤਾ ਹੈ, ਕਿੰਨਾ ਲੰਬਾ, ਕਿੰਨਾ ਚੌੜਾ, ਕਿੰਨਾ ਕੁ ਪਾਣੀ, ਇਹਦੇ ਅੰਦਾਜ਼ੇ ਲੱਗੇ ਹੋਏ ਨੇ। ਪਰ ਜਿਹੜਾ ਭੈ ਦਾ ਸਮੁੰਦਰ ਹੈ ਨਾ, ਇਹ ਅਸਗਾਹ ਹੈ। ਸੰਸਾਰ ਇੱਕ ਭੈ ਦਾ ਸਮੁੰਦਰ ਸਗਾਹ ਹੁੰਦਾ, ਜਿਸ ਦਾ ਗਾਹ ਹੀ ਨਾ ਪਾਇਆ ਜਾ ਸਕੇ, ਜਿਸ ਦੀ ਡੂੰਘਾਈ ਦਾ ਹੀ ਨਾ ਪਤਾ ਲਾਇਆ ਜਾ ਸਕੇ, ਉਸ ਨੂੰ ਅਸਗਾਹ ਕਿਹਾ ਜਾਂਦਾ। ਸੰਸਾਰ ਸਮੁੰਦਰ ਜਿਹੜਾ ਭੈ ਦਾ ਭੌਜਲ ਹੈ, ਭੈ ਦਾ ਸਮੁੰਦਰ ਹੈ, ਇਹ ਅਸਗਾਹ ਹੈ। ਮਹਾਰਾਜ ਕਹਿੰਦੇ ਗੁਰ ਬੋਹਿਤ ਹੈ ਤਾਰਿਅਮ। ਗੁਰਬਾਣੀ ਦਾ ਜਿਹੜਾ ਗਿਆਨ ਬੋਹਿਤ ਜਿਸ ਨੂੰ ਕਹਿ ਦਿੱਤਾ, ਸੋ ਉਹ ਹੀ ਇਹਦੇ ਤੋਂ ਪਾਰ ਕਰ ਸਕਦਾ ਹੈ। ਗੁਰਬਾਣੀ ਦੇ ਗਿਆਨ ਤੋਂ ਬਿਨਾਂ ਅਸੀਂ ਇਸ ਭੈ ਦੇ ਸਮੁੰਦਰ ਤੋਂ ਪਾਰ ਨਹੀਂ ਹੋ ਸਕਦੇ ਹਾਂ। ਨਾਨਕ ਪੂਰਕ ਰਮ ਸਤਿਗੁਰ ਚਰਣੀ ਲੱਗਿਆ। ਜਿਹੜੇ
ਗੁਰੂ ਦੇ ਚਰਨਾਂ ਦੇ ਨਾਲ ਲੱਗ ਜਾਂਦੇ ਨੇ, ਜੁੜ ਜਾਂਦੇ ਨੇ, ਉਹਨਾਂ 'ਤੇ ਪੂਰੀ ਬਖਸ਼ਿਸ਼ ਹੋ ਜਾਂਦੀ, ਉਹਨਾਂ ਦੇ ਪੂਰੇ ਭਾਗ ਹੋ ਜਾਂਦੇ ਨੇ, ਉਹ ਪੂਰੇ ਭਾਗਾਂ ਵਾਲੇ ਹੁੰਦੇ ਨੇ। ਸਤਿਗੁਰੂ ਚਰਣੀ ਲੱਗਿਆਂ ਤੋਂ ਭਾਵ ਹੁੰਦਾ ਗੁਰਬਾਣੀ ਦੇ ਨਾਲ ਜੁੜ ਜਾਣਾ। ਜਿੰਨਾ ਚਿਕਰ ਗੁਰਬਾਣੀ ਦੀ ਸਮਝ ਹੀ ਨਹੀਂ ਪੈਂਦੀ, ਗੁਰਬਾਣੀ ਦੇ ਨਾਲ ਜੁੜਿਆ ਹੀ ਨਹੀਂ ਜਾ ਸਕਦਾ ਹੈ। ਜਦੋਂ ਗੁਰਬਾਣੀ ਦੀ ਸਮਝ ਪੈਂਦੀ ਫਿਰ ਗੁਰਬਾਣੀ ਦੇ ਨਾਲ ਆਟੋਮੈਟਿਕਲੀ ਜੁੜ ਜਾਂਦਾ। ਫਿਰ ਤਾਂ ਕੋਈ ਜੋੜਨ ਵਾਸਤੇ ਕੋਈ ਵਿਸ਼ੇਸ਼ ਸਾਧਨ ਨਹੀਂ ਕਰਨਾ ਪੈਂਦਾ, ਜੁੜਨ ਵਾਸਤੇ ਵਿਸ਼ੇਸ਼ ਕੋਈ ਸਾਧਨ ਨਹੀਂ ਕਰਨਾ ਪੈਂਦਾ। ਜਦੋਂ ਗੁਰਬਾਣੀ ਦੀ ਸਮਝ ਪਈ ਤਾਂ ਉਸੇ ਵਕਤ, ਕਿਉਂਕਿ ਲੋੜ ਹੈ ਅੰਦਰ, ਜਿਹੜੀ ਚੀਜ਼ ਦੀ ਲੋੜ, ਇਹਨੂੰ ਖੁਦ ਨਹੀਂ ਪਤਾ ਵੀ ਮੈਨੂੰ ਲੋੜ ਕਾਹਦੀ ਹੈ, ਪਰ ਉਹ ਚੀਜ਼ ਹੈ, ਵਸਤੂ ਹੈ ਜਿਹਦੀ ਲੋੜ ਹੈ, ਜੋ ਚਾਹੀਦੀ ਹੈ ਸਾਰਿਆਂ ਨੂੰ। ਸੋ ਉਹ ਹੈ ਬ੍ਰਹਮ ਦਾ ਗਿਆਨ, ਇਹਦੀ ਹਰ ਇੱਕ ਨੂੰ ਲੋੜ ਹੈ, ਗੁਰਬਾਣੀ ਵਿੱਚੋਂ ਸਾਨੂੰ ਮਿਲਦਾ। ਜਦੋਂ ਗੁਰਬਾਣੀ ਦੀ ਸਮਝ ਪਈ ਫਿਰ ਕਹਿਣਾ ਹੀ ਨਹੀਂ ਪੈਂਦਾ ਕਿਸੇ ਨੂੰ ਜੁੜ ਜਾਓ ਬਈ, ਇਕਾਗਰ ਹੋਵੋ ਬਈ, ਚਿੱਤ ਕਰ ਲਓ ਇਕਾਗਰ, ਕਹਿਣਾ ਹੀ ਨਹੀਂ ਪੈਂਦਾ, ਆਟੋਮੈਟਿਕਲੀ ਹੋ ਜਾਂਦਾ, ਆਟੋਮੈਟਿਕਲੀ ਉਹ ਮਨ ਉੱਥੇ ਜੁੜ ਜਾਂਦਾ ਹੈ। ਇਸ ਕਰਕੇ ਜਿਹੜੀ ਚੀਜ਼ ਮਨ ਨੂੰ ਚੰਗੀ ਲੱਗਦੀ, ਮਨ ਨੂੰ ਕਦੀ ਕਹਿਣਾ ਪਿਆ ਵੀ ਜੁੜ ਜਾ, ਉਹ ਮਨ ਨੂੰ ਚੰਗੀ ਲੱਗੀ। ਮਾਇਆ ਦੇ ਕਿੰਨੇ ਦ੍ਰਿਸ਼ ਨੇ, ਮਨ ਨੂੰ ਕਹਿਣਾ ਪੈਂਦਾ ਵੀ ਇਹ ਜੁੜ ਜਾ, ਮਨ ਆਟੋਮੈਟਿਕਲੀ ਜੁੜ ਜਾਂਦਾ, ਕਿਉਂਕਿ ਮਨ ਨੂੰ ਚੰਗਾ ਲੱਗ ਗਿਆ। ਪਰ ਜਿਸ ਨੂੰ ਮਨ ਨੂੰ ਗੁਰਬਾਣੀ ਦੇ ਗਿਆਨ ਦੀ ਸਮਝ ਪੈ ਗਈ ਹੈ ਨਾ, ਇਹਨੂੰ ਕਹਿਣਾ ਹੀ ਨਹੀਂ ਪੈਣਾ ਤੂੰ ਇੱਕ ਹੋ ਜਾ, ਤੂੰ ਜੁੜ ਜਾ, ਆਪਣੇ ਆਪ ਹੀ ਜੁੜ ਜਾਂਦਾ। ਜਿੱਥੇ ਗੁਰਬਾਣੀ ਦਾ ਗਿਆਨ, ਫਿਰ ਉੱਥੇ ਪੈ ਦਾ ਸਮੁੰਦਰ ਕੀ ਕਰ ਸਕਦਾ। ਉਹ ਪੂਰੇ ਭਾਗਾਂ ਵਾਲਾ, ਉਹ ਪੂਰੇ ਭਾਗਾਂ ਵਾਲਾ ਜਿਹੜਾ ਸਤਿਗੁਰੂ ਦੀ ਚਰਣੀ ਲੱਗ ਜਾਂਦਾ। ਕਹਿੰਦੇ ਪੌੜੀ, ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ। ਗੁਰਦੇਵ ਹੁੰਦਾ ਗੁਰਬਾਣੀ ਦਾ ਗਿਆਨ ਕਰਾਉਣੇ ਵਾਲਾ ਜੀ, ਸਤਿਗੁਰੂ ਜੀ, ਜਿਹਨੂੰ ਸਤ ਪੁਰਖ ਦਾ ਗਿਆਨ ਹੈ, ਜਿਸ ਨੂੰ ਰੱਬੀ ਗਿਆਨ ਹੈ, ਉਹ ਗੁਰਦੇਵ। ਔਰ ਜਿਹੜਾ ਗਾਹਾਂ ਗਿਆਨ ਕਰਾਉਣ ਦੀ ਸਮਰੱਥਾ ਰੱਖਦਾ, ਉਸ ਨੂੰ ਗੁਰਦੇਵ ਕਿਹਾ ਜਾਂਦਾ ਹੈ। ਸੋ ਸਤਿਗੁਰੂ ਜੀ ਕੋਲ ਗਿਆਨ ਹੈ ਅਤੇ ਗਾਹਾਂ ਗਿਆਨ ਕਰਾਉਣ ਦੀ ਸਮਰੱਥਾ ਰੱਖਦੇ ਨੇ। ਇਸ ਕਰਕੇ ਧੰਨ ਧੰਨ ਗੁਰਦੇਵ, ਸਤਿਗੁਰੂ ਜੀ ਧੰਨ ਨੇ ਜਿਸ ਸੰਗ ਹਰ ਜਪੇ, ਜਿਹਦੇ ਨਾਲ ਸੰਗਤ ਕਰਕੇ ਪਰਮਾਤਮਾ ਪਰਮੇਸ਼ਰ ਦਾ ਨਾਮ ਆਸਾਨੀ ਦੇ ਨਾਲ ਜਪਿਆ ਜਾ ਸਕਦਾ ਹੈ, ਔਰ ਜਪਣ ਨੂੰ ਮਨ ਕਰਦਾ, ਜਪਣ ਦੇ ਵਿੱਚ ਦਿਲਚਸਪੀ ਹੈ। ਸਤਿਗੁਰੂ ਜੀ ਦੇ ਨਾਲ ਸੰਗਤ ਕਰਕੇ ਉਸ ਦੇ ਨਾਮ ਨੂੰ ਜਪਣ ਵਾਸਤੇ ਮਨ ਵਿੱਚ ਉਦਮ ਪੈਦਾ ਹੁੰਦਾ, ਉਤਸ਼ਾਹ ਪੈਦਾ ਹੁੰਦਾ, ਚਾਅ ਪੈਦਾ ਹੁੰਦਾ। ਇਸ ਕਰਕੇ ਧੰਨ ਧੰਨ ਗੁਰਦੇਵ। ਗੁਰ ਕਿਰਪਾਲ ਜਬ ਪਏ, ਤਾ ਆਵਗੁਣ ਸਭ ਛਪੇ। ਜਦੋਂ ਗੁਰੂ ਕਿਰਪਾ ਕਰ ਦਿੰਦਾ ਨਾ, ਤੇ ਜਿੰਨੇ ਅਵਗੁਣ ਹੁੰਦੇ ਨੇ ਨਾ, ਉਹਦੇ ਸਾਰੇ ਹੀ ਛਪ ਜਾਂਦੇ, ਢੱਕ ਦਿੰਦਾ। ਜਿਹਦੇ ਤੇ ਕਿਰਪਾ ਕਰ ਦਿੱਤੀ, ਮਹਾਰਾਜ ਕਹਿੰਦੇ ਸਤਿਗੁਰੂ ਢਾਕ ਲਿਆ ਮੋਹੇ ਪਾਪੀ ਪੜਦਾ। ਪਾਪੀ ਉਹ ਪੜਦੇ ਢੱਕਦਾ ਆ, ਉਹ ਪਾਪੀ ਗੁਰੂ ਕਾ ਸਿੱਖ ਵੀ ਪੜਦੇ ਢੱਕਦਾ। ਹੁਣ ਜੇ ਗੁਰੂ ਕਾ ਸਿੱਖ ਪੜਦੇ ਉਜਾਗਰ ਕਰਦਾ ਨਾ, ਦੂਜਿਆਂ ਦੇ ਮਾੜੇ ਕਰਮ ਉਜਾਗਰ ਕਰਦਾ, ਗੁਰੂ ਕਾ ਸਿੱਖ ਹੀ ਨਹੀਂ ਹੋ ਸਕਦਾ। ਜਦ ਗੁਰੂ ਸਾਡੇ ਪੜਦੇ ਢੱਕਦਾ ਹੈ, ਤੇ ਫਿਰ ਗੁਰੂ ਕਾ ਸਿੱਖ ਕਿਉਂ ਨਹੀਂ ਪੜਦੇ ਢੱਕਦਾ। ਗੁਰੂ ਹਮੇਸ਼ਾ ਸਾਡੇ ਪੜਦੇ ਢੱਕਦਾ। ਇਸ ਕਰਕੇ ਮਹਾਰਾਜ ਕਹਿੰਦੇ ਅਵਗੁਣ ਸਭ ਛਪੇ। ਉਹ ਐਸੇ ਪੜਦੇ ਢੱਕਦਾ, ਐਸੇ ਅਵਗੁਣਾਂ ਨੂੰ ਉਹ ਢੱਕ ਦਿੰਦਾ ਕਿ ਅਵਗੁਣ ਖਤਮ ਹੀ ਹੋ ਜਾਂਦੇ ਨੇ। ਅਵਗੁਣ ਸਭ ਛਪੇ, ਮਤਲਬ ਨਾਮ ਉਹਨਾਂ ਦਾ ਨਾਮੋ ਨਿਸ਼ਾਨ ਹੀ ਨਹੀਂ ਅਵਗੁਣਾਂ ਦਾ ਰਹਿ ਜਾਂਦਾ, ਗੁਰੂ ਜਦੋਂ ਕਿਰਪਾ ਕਰਦਾ। ਪਾਰ ਬ੍ਰਹਮ ਗੁਰਦੇਵ ਨੀਚੋਂ ਉੱਚ ਥਪੇ। ਉਹ ਪਾਰ ਬ੍ਰਹਮ ਹੈ, ਗੁਰਦੇਵ ਗਿਆਨ ਕਰਾਉਣੇ ਵਾਲਾ। ਸੋ ਨੀਚੋਂ ਉੱਚ ਥੱਪੇ। ਪਹਿਲੋਂ ਜਿਹੜੀ ਬੁੱਧੀ ਸੀ ਉਹ ਨੀਚ ਦੇ ਵਿੱਚ ਸੀ, ਪਰ ਬੁੱਧੀ ਦੇ ਵਿੱਚ ਇੰਨਾ ਗਿਆਨ ਨਹੀਂ ਸੀਗਾ, ਬੁੱਧੀ ਵਿੱਚ ਇੰਨਾ ਗਿਆਨ ਨਹੀਂ ਸੀ। ਪਰ ਹੁਣ ਸੋ ਉਸਨੇ ਜੋ ਬ੍ਰਹਮ ਦਾ ਗਿਆਨ ਦਿੱਤਾ, ਸੋ ਉਹਦੇ ਨਾਲ ਅਵਸਥਾ ਜਿਹੜੀ ਹੈ ਉਹ ਉੱਚੀ ਹੋ ਗਈ। ਪਾਰ ਬ੍ਰਹਮ ਗੁਰਦੇਵ, ਪਰਮੇਸ਼ਰ ਨੇ ਕਿਰਪਾ ਕਰਤੀ, ਗੁਰਦੇਵ ਨੇ ਪਾਰ ਬ੍ਰਹਮ ਦਾ ਗਿਆਨ ਕਰਵਾ ਦਿੱਤਾ ਹੈ। ਪਹਿਲੋਂ ਮੱਤ ਨੀਵੀਂ ਸੀ, ਮੱਤ ਉੱਚੀ ਕਰ ਦਿੱਤੀ। ਕਾਟ ਸਿਲਕ ਦੁਖ ਮਾਇਆ, ਕਰ ਲੀਨੇ ਆਪ ਦਸੇ। ਜਿਹੜੀ ਮਾਇਆ ਦੀ ਰੱਸੀ ਗਲ ਵਿੱਚ ਪਈ ਹੋਈ ਸੀ ਹੈ ਨਾ, ਉਹਨੇ ਕੱਟ ਦਿੱਤੀ। ਕਾਟ ਸਿਲਕ, ਮਾਇਆ ਦੀ ਰੱਸੀ ਕੱਟ ਦਿੱਤੀ, ਉਹ ਉਹੀ ਦੁੱਖ ਦਿੰਦੀ ਸੀ। ਕਰ ਲੀਨੇ ਆਪ ਦਸੇ, ਆਪਣਾ ਦਾਸ ਬਣਾ ਲਿਆ, ਆਪਣਾ ਦਾਸ ਬਣਾ ਲਿਆ। ਕਹਿੰਦੇ
ਗੁਣ ਗਾਏ ਬੇਅੰਤ ਰਸਨਾ ਹਰ ਜਸੇ। ਹੁਣ ਜਿਨ੍ਹਾਂ ਦੀ ਮਾਇਆ ਦੀ ਰੱਸੀ ਕੱਟੀ ਜਾਂਦੀ ਨਾ ਗਲੇ ਦੀ, ਉਹਨੂੰ ਫਿਰ ਬੇਅੰਤ ਬੇਅੰਤ ਕਰਕੇ ਉਸ ਦੇ ਗੁਣਾਂ ਦਾ ਉਚਾਰਨ ਕਰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਪਰਪਾਰ ਮਿਹਰ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ ਹੈ। ਸੋ ਹੁਣ ਆਪਾਂ ਸਹਿਜ ਪਾਠ ਦੇ ਭੋਗ ਦੇ ਸ਼ਲੋਕ ਸਰਵਣ ਕਰਨੇ ਨੇ। ਸੋ ਗੁਰਮੁਖ ਪਰਿਵਾਰ ਨੇ ਆਪ ਹੀ ਸਾਰੀ ਬਾਣੀ ਪੜ੍ਹੀ ਹੈ। ਆਓ ਆਪਾਂ ਨੌਵੇਂ ਪਾਤਸ਼ਾਹ ਜੀ ਦੇ ਜਿਹੜੇ ਭੋਗ ਦੇ ਸ਼ਲੋਕ ਨੇ ਉਹ ਸਰਵਣ ਕਰੀਏ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀਓ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸੱਜਣ ਸੱਚਾ ਪਾਤਸ਼ਾਹ ਸਿਰਸਾਹਾਂ ਦੈ ਸਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ। ਸੱਜਣ ਸੱਚਾ ਪਾਤਸ਼ਾਹ ਸਿਰਸਾਹਾਂ ਦੈ ਸਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹੱਲਾ ਨਾਵਾ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਕਹੋ ਨਾਨਕ ਹਰਿ ਭਜ ਮਨਾ ਜਿਹ ਬਿਦ ਜਲ ਕਉ ਮੀਨ। ਬਿਖਿਅਨ ਸਿਉ ਕਾਹੇ ਰਚਿਓ ਨਿਮਖ ਨ ਹੋਏ ਉਦਾਸ। ਕਹੋ ਨਾਨਕ ਭਜ ਹਰਿ ਮਨਾ ਪਰੈ ਨ ਜਮ ਕੀ ਫਾਸ। ਤਰਨ ਆਪੋ ਇਉ ਹੀ ਗਇਓ ਲਿਓ ਜਰਾ ਤਨ ਜੀਤ। ਕਹੋ ਨਾਨਕ ਭਜ ਹਰਿ ਮਨਾ ਔਦ ਜਾਤ ਹੈ ਬੀਤ। ਬਿਰਧ ਭਇਓ ਸੂਝੈ ਨਹੀਂ ਕਾਲ ਪਹੁੰਚਿਓ ਆਨ। ਕਹੋ ਨਾਨਕ ਨਰ ਬਾਵਰੇ ਕਿਉ ਨ ਪੁਜੈ ਭਗਵਾਨ। ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ। ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ। ਪਤਿਤ ਉਦਾਹਰਨ ਭੈ ਹਰਨ ਹਰਿ ਅਨਾਥ ਕੇ ਨਾਥ। ਕਹੋ ਨਾਨਕ ਤਿਹ ਜਾਨੀਐ ਸਦਾ ਬਸਤ ਤੁਮ ਸਾਥ। ਤਨ ਧਨ ਜਿਹ ਤੋ ਕਉ ਦਿਓ ਤਾਂ ਸਿਓ ਨੇਹੋ ਨ ਕੀਨ। ਕਹੋ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ। ਤਨ ਧਨ ਸੰਪੈ ਸੁਖ ਦਿਓ ਅਰ ਜਿਹ ਨੀਕੇ ਧਾਮ। ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨ ਰਾਮ। ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਿਨ ਕੋਇ। ਕਹੋ ਨਾਨਕ ਸੁਨ ਰੇ ਮਨਾ ਤੇ ਸਿਮਰਤ ਗਤ ਹੋਇ। ਜੇ ਸਿਮਰਤ ਗਤ ਪਾਈਐ ਤੇ ਭਜ ਰੇ ਤੈ ਮੀਤ। ਕਹੋ ਨਾਨਕ ਸੁਨ ਰੇ ਮਨਾ ਔਦ ਘਟਤ ਹੈ ਨੀਤ। ਪਾਂਚ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ। ਜਿਹ ਤੇ ਉਪਜਿਓ ਨਾਨਕਾ ਲੀਨ ਤਾਹੀ ਮੈਂ ਮਾਨ। ਘਟ ਘਟ ਮੈਂ ਹਰਿ ਜੂ ਬਸੈ ਸੰਤਨ ਕਹਿਓ ਪੁਕਾਰ। ਕਹੋ ਨਾਨਕ ਤਿਹ ਭਜ ਮਨਾ ਭਉ ਨਿਧਿ ਉਤਰਹਿ ਪਾਰ। ਸੁਖ ਦੁਖ ਜਿਹ ਪਰਸੈ ਨਹੀਂ ਲੋਭ ਮੋਹ ਅਭਿਮਾਨ। ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ। ਉਸਤਤ ਨਿੰਦਿਆ ਨਾਹਿ ਜੇ ਕੰਚਨ ਲੋਹ ਸਮਾਨ। ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ। ਹਰਖ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ। ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ। ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨ ਧਿਆਨ। ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਜਿਹ ਬਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ। ਕਹੋ ਨਾਨਕ ਸੁਨ ਰੇ ਮਨਾ ਤਿਹ ਨਰ ਮਾਥੈ ਭਾਗ। ਜੇ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ। ਕਹੋ ਨਾਨਕ ਸੁਨ ਰੇ ਮਨਾ ਤੇ ਘਟ ਬ੍ਰਹਮ ਨਿਵਾਸ। ਜੇ ਪ੍ਰਾਨੀ ਹਉ ਮਹਿ ਤਜੀ ਕਰਤਾ ਰਾਮ ਪਛਾਨ। ਕਹੋ ਨਾਨਕ ਵਾਹ ਮੁਕਤ ਨਰ ਏ ਮਨ ਸਾਚੀ ਮਾਨ। ਭੈ ਨਾਸਨ ਦੁਰਮਤ ਹਰਨ ਕਲ ਮੈਂ ਹਰਿ ਕੋ ਨਾਮ। ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤੇ ਕਾਮ। ਜਿਹ ਬਾਗੁਨ ਗੋਬਿੰਦ ਭਜਹੁ ਕਰਨ ਸੁਨੋ ਹਰਿ ਨਾਮ।
ਕਹੋ ਨਾਨਕ ਸੁਨ ਰੇ ਮਨਾ ਭਰੈ ਨ ਜਮ ਕੈ ਤਾਂ। ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ। ਕਹੋ ਨਾਨਕ ਆਪਨ ਤਰੈ ਔਰ ਨ ਲੇਤ ਉਦਾਰ। ਜਿਉ ਸੁਪਨਾ ਅਰ ਪੇਖਨਾ ਐਸੀ ਜਗ ਕਹੋ ਜਾਨ। ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ। ਨਿਸ ਦਿਨ ਮਾਇਆ ਕਾਰਨ ਪ੍ਰਾਨੀ ਡੋਲਤ ਨੀਤ। ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ। ਜੈਸੇ ਜਲ ਤੇ ਬੁੱਧ ਬੁਧਾ ਉਪਜੈ ਬਿਨ ਸਹਿ ਨੀਤ। ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ। ਪ੍ਰਾਨੀ ਕਛੂ ਨ ਚੇਤਈ ਮਦ ਮਾਇਆ ਕਹਿ ਅੰਧ। ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਫੰਦ। ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇਹ। ਕਹੋ ਨਾਨਕ ਸੁਨ ਰੇ ਮਨਾ ਦੁਰਲਭ ਮਾਨੁਖ ਦੇ। ਮਾਇਆ ਕਾਰਨ ਤਾਵਹੀ ਮੂਰਖ ਲੋਗ ਅਜਾਨ। ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ। ਜੋ ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ। ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਮਨ ਮਾਇਆ ਮੈਂ ਫਦ ਰਹਿਓ ਬਿਸਰਿਓ ਗੋਬਿੰਦ ਨਾਮ। ਕਹੋ ਨਾਨਕ ਬਿਨ ਹਰ ਭਜਨ ਜੀਵਨ ਕੌਨੇ ਕਾਮ। ਪ੍ਰਾਨੀ ਰਾਮ ਨ ਚੇਤਈ ਮਦ ਮਾਇਆ ਕਹਿ ਅੰਧ। ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਫੰਦ। ਸੁਖ ਮੈਂ ਬਹੁ ਸੰਗੀ ਪਏ ਦੁਖ ਮੈਂ ਸੰਗ ਨਾ ਕੋਇ। ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਇ। ਜਨਮ ਜਨਮ ਭਰ ਮਤ ਫਿਰਿਓ ਮਿਟਿਓ ਨ ਜਮ ਕੋ ਤਰਾਸ। ਕਹੋ ਨਾਨਕ ਹਰ ਭਜ ਮਨਾ ਨਿਰਭੈ ਪਾਵਹਿ ਬਾਸ। ਜਤਨ ਬਹੁਤ ਮੈਂ ਕਰ ਰਹਿਓ ਮਿਟਿਓ ਨ ਮਨ ਕੋ ਮਾਨ। ਦੁਰਮਤ ਸਿਓ ਨਾਨਕ ਫਦਿਓ ਰਾਖ ਲਿਹੋ ਭਗਵਾਨ। ਬਾਲ ਜਵਾਨੀ ਹਰ ਬਿਰਧ ਫੁਨ ਤੀਨ ਅਵਸਥਾ ਜਾਨ। ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਕਰਨਹੁ ਤੋ ਸੋ ਨਾ ਕੀਓ ਪਰਿਓ ਲੋਭ ਕਹਿ ਫੰਦ। ਨਾਨਕ ਸमियो ਰਮ ਗਿਓ ਅਬ ਕਿਉ ਰੋਵਤ ਅੰਧ। ਮਨ ਮਾਇਆ ਮਹਿ ਰਮ ਰਹਿਓ ਨਿਕਸਤ ਨਾਹਿਨ ਮੀਤ। ਨਾਨਕ ਮੂਰਤ ਚਿਤਰ ਜਿਉ ਛਾੜਤ ਨਾਹਿਨ ਭੀਤ। ਨਰ ਚਾਹਤ ਕਛ ਔਰੈ ਕੀ ਔਰੈ ਭਈ। ਚਿਤਵਤ ਰਹਿਓ ਠਗੌਰ ਨਾਨਕ ਫਾਸੀ ਗਲ ਪਰੀ। ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨਾ ਕੋਇ। ਕਹੋ ਨਾਨਕ ਸੁਨ ਰੇ ਮਨਾ ਹਰ ਭਾਵੈ ਸੋ ਹੋਇ। ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਕਹੋ ਨਾਨਕ ਮਨ ਸਿਮਰਤੇ ਪੂਰਨ ਹੋਵੇ ਕਾਮ। ਝੂਠੈ ਮਾਨ ਕਹਾ ਕਰੈ ਜਗ ਸੁਪਨੇ ਜਿਉ ਜਾਨ। ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹਿਓ ਬਖਾਨ। ਗਰਭ ਕਰਤ ਹੈ ਦੇਹ ਕੋ ਬਿਨ ਸੈਸਿਨੁ ਮਹਿ ਮੀਤ। ਜੇ ਪ੍ਰਾਨੀ ਹਰ ਜਸ ਕਹਿਓ ਨਾਨਕ ਤਿਹ ਜਗ ਜੀਤ। ਜੇ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ। ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਏਕ ਭਗਤ ਭਗਵਾਨ ਜੇ ਪ੍ਰਾਨੀ ਕਹਿ ਨਾਹਿ ਮਨ। ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹਿ ਤਨ। ਸੁਆਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ। ਨਾਨਕ ਇਹ ਵਿਦ ਹਰ ਭਜੋ ਇਕ ਮਨ ਹੋਏ ਇਕ ਚਿਤ। ਤੀਰਥ ਬਰਤ ਅਰ ਦਾਨ ਕਰ ਮਨ ਮੈਂ ਧਰੈ ਗੁਮਾਨ। ਨਾਨਕ ਨੇ ਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਤੇ ਹੀਨ। ਕਹੋ ਨਾਨਕ ਇਹ ਵਿਧ ਪਈ ਤਉ ਨ ਹਰ ਰਸ ਲੀਨ। ਨਿਜ ਕਰ ਦੇਖਿਓ ਜਾਗਤ ਮੈਂ ਕੋ ਕਾਹੂ ਕੋ ਨਾਹਿ। ਨਾਨਕ ਥਿਰ ਹਰ ਭਗਤ ਹੈ ਤਿਹ ਰਾਖੋ ਮਨ ਮਾਹਿ। ਜਗ ਰਚਨਾ ਸਭ ਝੂਠ ਹੈ ਜਾਨ ਲਿਹੋ ਰੇ ਮੀਤ। ਕਹਿ ਨਾਨਕ ਥਿਰ ਨਾ ਰਹਿ ਜਿਉ ਬਾਲੂ ਕੀ ਭੀਤ। ਰਾਮ ਗਿਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ। ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ।
ਚਿੰਤਾ ਤਾ ਕੀ ਕੀਜੀਐ ਜੋ ਅਨਹੋਣੀ ਹੋਏ। ਏ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਜੋ ਉਪਜਿ ਸੋ ਬਿਨ ਸੁਹੈ ਪਰਵਾਜ ਕਹਿ ਕਾ। ਨਾਨਕ ਹਰ ਗੁਣ ਗਾਇਲ ਛਾੜ ਸਗਲ ਜੰਜਾਲ। ਦੋਹਰਾ। ਬਲ ਛੁਟ ਕਿਉ ਬੰਧਨ ਪਰੇ ਕਛੂ ਨਾ ਹੋਤ ਉਪਾਏ। ਕਹੋ ਨਾਨਕ ਆਵੇ ਓਟ ਹਰ ਗਜ ਜਿਉ ਹੋ ਸਹਾਏ। ਬਲ ਹੋਆ ਬੰਧਨ ਛੁਟੇ ਸਭ ਕਿਛ ਹੋਤ ਉਪਾਏ। ਨਾਨਕ ਸਭ ਕਿਛ ਤੁਮਰੈ ਹਾਥ ਮੈਂ ਤੁਮ ਹੀ ਹੋਤ ਸਹਾਏ। ਸੰਗ ਸਖਾ ਸਭ ਤਜ ਗਏ ਕਉ ਨ ਨਿਭਿਓ ਸਾਥ। ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ। ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ। ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਰਾਮ ਨਾਮ ਔਰ ਮੈਂ ਗਹਿਓ ਜਾ ਕੈ ਸਮ ਨਹੀਂ ਕੋਇ। ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਇ। ਰਾਮ ਨਾਮ ਔਰ ਮੈਂ ਗਹਿਓ ਜਾ ਕੈ ਸਮ ਨਹੀਂ ਕੋਇ। ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਇ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਭੈਓ ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨ ਜਾਈ ਨਿਤ ਨਿਤ ਰਾਖਿਓਰ ਧਾਰੋ। ਤਮ ਸੰਸਾਰ ਚਰਨ ਲਗ ਧਰਿਐ ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕਿਤੋਈ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ। ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ। ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ। ਇਕ ਓੰਕਾਰ ਸਤਿਗੁਰੂ ਪ੍ਰਸਾਦਿ। ਰਾਗ ਮਹਿਲਾ। ਰਾਗ ਏਕ ਸੰਗ ਪੰਚ ਬਰੰਗਨ ਸੰਗ ਲਾਪੈ ਆਠੋ ਨੰਦਨ। ਪ੍ਰਥਮ ਰਾਗ ਪੈਰੂ ਵੈ ਕਰਹੀ ਪੰਚ ਰਾਗਨੀ ਸੰਗ ਉਚਰਹੀ। ਪ੍ਰਥਮ ਭੈਰਵੀ ਬਿਲਾਵਲੀ ਪੁਨਿਆ ਕੀ ਗਾਵਹਿ ਬੰਗਲੀ। ਪੁਨ ਸਲੇਖੀ ਕੀ ਪੀ ਬਾਰੀ ਏ ਭੈਰੋਂ ਕੀ ਪੰਚੋ ਨਾਰੀ। ਪੰਚਮ ਹਰਖ ਦਿਸਾਖ ਸੁਨਾਵੈ ਬੰਗਾਲ ਮਦ ਮਾਧਵ ਗਾਵੈ। ਲਲਤ ਬਿਲਾਵਲ ਗਾਵਹੀ ਆਪਣੀ ਆਪਣੀ ਭਾਂਤ। ਅਸ਼ਟਪੁੱਤਰ ਭੈਰਵ ਕੀ ਗਾਵੈ ਗਾਇਨ ਪਾਤਰ। ਦੁਤੀਆ ਮਾਲ ਕੌਸ਼ਕ ਅਲਾਪੈ ਸੰਗ ਰਾਗਨੀ ਪੰਚੂ ਥਾਪੈ। ਗੋਂਡ ਕਰੀ ਹਰਦੇਵ ਗੰਧਾਰੀ ਗੰਧਾਰੀ ਸੀਹੁਤੀ ਉਚਾਰੀ। ਧਨਾਸਰੀ ਇਹ ਪੰਚੋ ਗਾਈ ਮਾਲਰਾ ਕੌਸ਼ਕ ਸੰਗ ਲਾਈ। ਮਾਰੂ ਮਸਤੰਗ ਮੇ ਵਾਰਾ ਪ੍ਰਬਲ ਚੰਡ ਕੌਸ਼ਿਕਿਓ ਭਾਰਾ। ਕਉ ਕਟਿਓ ਪੌਰਾ ਨਦ ਗਾਏ ਅਸ਼ਟਮਾਲ ਕੌਸ਼ਕ ਸੰਗ ਲਾਏ। ਪੁਨਿ ਆਇਓ ਹਿੰਡੋਲ ਪੰਚ ਨਾਰ ਸੰਗ ਅਸ਼ਟ ਸੁਤ ਉਠੈ ਤਾਨ ਕਲੋਲ। ਗਾਇਨ ਤਾਰ ਮਿਲਾਵਹੀ ਤੇ ਲੰਗੀ ਦੇਵ ਕਰੀ ਆਈ। ਬਸੰਤੀ ਸੰਦੂਰ ਸਹਾਈ ਸਰਸ ਹਿਰੀ ਲੈ ਭਰ ਜਾ ਸੰਗ ਲਾਈ ਪੰਚੋ ਆਰਜਾ। ਸੁਰਮਾਨੰਦ ਭਾਸਕਰ ਆਏ ਚੰਦਰਮ ਬਿਮੰਗਲਨ ਸੋਹਾਏ। ਸਰਸ ਬਾਨੋ ਆਏ ਵਿਨੋਦਾ ਗਾਵੇ ਸਰਸ ਬਸੰਤ ਕਮੋਦਾ। ਅਸ਼ਟਪੁੱਤਰ ਮੈਂ ਕਹੇ ਸਵਾਰੀ ਪੁਨਿ ਆਈ ਦੀਪਕ ਕੀ ਬਾਰੀ। ਕਛੇਲੀ ਪਟ ਮੰਜਰੀ ਟੋਡੀ ਕਹੀ ਅਲਾਪ। ਕਾਮੋ ਦੀਓ ਗੁਜਰੀ ਸੰਗ ਦੀਪਕ ਕੈ ਥਾਪ। ਕਾਲੰਕਾ ਕੁੰਤਲਿਓ ਰਾਮਾ ਕਮਲ ਕੁਸੁਮ ਚੰਪਕ ਕੀ ਨਾਮਾ। ਗੌਰਾਉ ਕੰਦਰਾ ਕਲਿਆਣਾ ਅਸ਼ਟਪੁੱਤਰ ਦੀਪਕ ਕੀ ਜਨ। ਸਭ ਮਿਲ ਸ੍ਰੀ ਰਾਗਵੈ ਗਾਵੈ ਪੰਚੋ ਸੰਗ ਬਰੰਗਨ ਲਾਵੈ। ਬੈਰਾਰੀ ਕਰਨਾਟੀ ਤਹਰੀ ਗਵਰੀ ਗਾਵੈ ਆਸਾਵਰੀ। ਤੇ ਪਾਛੇ ਸਿੰਧਵੀ ਅਲਾਪੀ ਸ੍ਰੀ ਰਾਗ ਸਿਉ ਪੰਚੋ ਥਾਪੀ। ਸਾਲੂ ਸਾਰਗ ਸਾਗਰਾ ਔਰ ਗੋਂਡ ਗੰਭੀਰ। ਅਸ਼ਟਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ। ਖਸਟੋ ਮੇਘ ਰਾਗ ਵੈ ਗਾਵੈ ਪੰਚੋ ਸੰਗ ਬਰੰਗਨ ਲਾਵੈ। ਸੋਰਠ ਗੋਂਡ ਮਲਾਰੀ ਧੁਨੀ ਪੁਨ ਗਾਵੈ ਆਸਾ ਗੁਨ ਗੋਨੀ। ਉੱਚਾ ਸੁਰ ਸੂਹੋ ਪੁਨ ਕੀਨੀ ਮੇਘ ਰਾਗ ਸਿਉ ਪੰਚੋ ਚੀਨੀ।
ਬਹਿਰਾ ਧਰ ਗਜ ਧਰ ਕੀਦਾਰਾ, ਜਬਲੀ ਧਰ ਨਟਿਓ ਜਲਧਾਰਾ। ਉਨ ਗਾਵੈ ਸ਼ੰਕਰ ਯੋ ਸ਼ਿਆਮਾ, ਮੇਘ ਰਾਗ ਪੁੱਤਰਨ ਕੇ ਨਾਮਾ। ਕਾਸ਼ਟ ਰਾਗ ਉਨ ਗਾਏ, ਸੰਗ ਰਾਗ ਨੀਤੀਸ। ਸਭੈ ਪੁੱਤਰ ਰਾਗਨ ਕੇ, 18 10 20। ਕਾਸ਼ਟ ਰਾਗ ਉਨ ਗਾਏ, ਸੰਗ ਰਾਗ ਨੀਤੀਸ। ਸਭੈ ਪੁੱਤਰ ਰਾਗਨ ਕੇ, 18 10 20। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਜਪ ਆਦਿ ਸਚ ਜੁਗਾਦਿ ਸਚ, ਹੈ ਭੀ ਸਚ, ਨਾਨਕ ਹੋਸੀ ਭੀ ਸਚ। ਸੋਚੈ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ। ਚੁਪੈ ਚੁਪ ਨਾ ਹੋਵੇ, ਜੇ ਲਾਇ ਰਹਾ ਲਿਵਤਾਰ। ਭੁਖਿਆਂ ਭੁਖ ਨਾ ਉਤਰੀ, ਜੇ ਬੰਨਾ ਭਰੀਆਂ ਭਾਰ। ਸਹਿ ਸਿਆਣਪਾ ਲੱਖ ਹੋਏ, ਤਾਂ ਇਕ ਨਾ ਚੱਲੈ ਨਾਲ। ਕਿਵ ਸਚਿਆਰਾ ਹੋਈਐ, ਕਿਵ ਕੂੜਾ ਤੁਟੈ ਪਾਲ। ਹੁਕਮ ਰਜਾਈ ਚਲਣਾ, ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ, ਹੁਕਮ ਲੈ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁਖ ਸੁਖ ਉਪਾਈਐ। ਇਕ ਨਾ ਹੁਕਮੀ ਬਖਸ਼ੀਸ਼, ਹੁਕਮੀ ਸਦਾ ਭਵਾਈਐ। ਹੁਕਮ ਅੰਦਰ ਸਭ ਕੋ ਬਾਹਰ, ਹੁਕਮ ਨਾ ਕੋਇ। ਨਾਨਕ ਹੁਕਮੈ ਜੇ ਬੁਝੈ, ਤਾ ਹਉਮੈ ਕਹੈ ਨਾ ਕੋਈ। ਗਾਵੈ ਕੋ ਤਾਣ, ਹੋਵੈ ਕਿਸੈ ਤਾਣ। ਗਾਵੈ ਕੋ ਦਾਤ, ਜਣੈ ਨੀਸ਼ਾਨ। ਗਾਵੈ ਕੋ ਗੁਣ ਵਡਿਆਈਆਂ ਚਾਰ। ਗਾਵੈ ਕੋ ਵਿਦਿਆ ਵਿਖਮ ਵਿਚਾਰ। ਗਾਵੈ ਕੋ ਸਾਚ ਕਰੇ ਤਾ ਨਖੇ। ਗਾਵੈ ਕੋ ਜੀ ਲੈ ਫਿਰਦੇ। ਗਾਵੈ ਕੋ ਜਾਪੈ ਦਿਸੈ ਦੂਰ। ਗਾਵੈ ਕੋ ਵਿਖੇ ਆਦ ਰਾਹ ਦੂਰ। ਕਥਨਾ ਕਥੀ ਨਾਵੈ ਟੋਠ, ਕਥ ਕਥ ਕਥੀ ਕੋਟੀ ਕੋਟ। ਕੋਟ ਦੇਂਦਾ ਦੇ ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਏ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਬੇਪਰਵਾਹ। ਸਾਚਾ ਸਾਹਿਬ ਸਾਚ, ਨਾ ਭਾਖਿਆ ਭਾਉ ਪਾਰ। ਆਖੈ ਮੰਗੈ ਦੇ ਦੇ, ਦਾਤ ਕਰੇਂਦਾ ਤਾਰ। ਫੇਰ ਕੇ ਅੱਗੇ ਰਖੀਆਂ, ਜੇ ਦਿਸੈ ਦਰਬਾਰ। ਮੂੰਹ ਕੇ ਬੋਲਣ ਬੋਲੀਐ, ਜੇ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸਚ ਨਾਉ, ਵਡਿਆਈ ਵਿਚਾਰ। ਕਰਮੀ ਆਵੈ ਕਪੜਾ ਨਦਰੀ, ਮੋਖ ਦੁਆਰ। ਨਾਨਕ ਖੇਵੈ ਜਾਣੀਏ, ਸਭ ਆਪੇ ਸਚਿਆਰ। ਥਾਪਿਆ ਨਾ ਜਾਇ, ਕੀਤਾ ਨਾ ਹੋਇਆ ਬਿਆਮ। ਨਿਰੰਜਨ ਸੋਇ ਜਿਨ ਸੇਵਿਆ, ਤਿਨ ਪਾਇਆ ਮਾਨ। ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰਖੀਐ, ਪਾਉ ਦੁਖ ਪਰ ਹਰਿ ਸੋ ਘਰ ਲੈ ਜਾਇ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਿਹਾ ਸਮਾਈ। ਗੁਰ ਈਸਰ ਗੁਰ ਗੋਰਖ ਬਰਮਾ, ਗੁਰ ਪਾਰਬਤੀ ਮਾਈ। ਜੇ ਹਉ ਜਾਣ ਆਖਾ ਨਾਹੀ, ਕਹਿਣਾ ਕਥਨ ਨਾ ਜਾਏ। ਗੁਰਾਂ ਇਕ ਦੇ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ। ਸੋ ਮੈਂ ਵਿਸਰ ਨਾ ਜਾਈ, ਗੁਰਾ ਇਕ ਦੇ ਬੁਝਾਈ। ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਰਾਮ ਕਲੀ ਮਹਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦਿ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਬਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਮਨ ਮੇਰਿਆ ਤੂੰ ਸਦਾ ਰਹੋ ਹਰਿ ਨਾਲੇ। ਹਰਿ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰ, ਸਭ ਸਵਾਰਣਾ। ਸਭਨਾ ਗੱਲਾਂ ਸਮਰਾ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰਿ ਨਾਲੇ। ਸਾਚੇ ਸਾਹਿਬਾਂ ਕਿਆ ਨਾਹੀ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ। ਜਿਸ ਦੇ ਸੋ ਪਾਵੇ, ਸਦਾ ਸਿਵ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੁ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਬਿਟੋ। ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਤਨੋ ਪਿਆਰੋ। ਸਾਚਾ ਨਾਮ ਮੇਰਾ ਆਧਾਰੁ, ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ। ਕਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ। ਪੰਚ ਦੂਤ ਦਵਸ ਕੀਤੇ, ਕਾਲ ਕੰਟਕ ਮਾਰਿਆ। ਧੁਰ ਕਰਮ ਪਾਇਆ, ਧੁਰ ਜਿਨ ਕੋ ਸੇ ਨਾਮ ਹਰਖੇ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ। ਸੁਣ ਤੇ ਪੁਨੀਤ, ਕਹਿ ਤੇ ਪਵਿੱਤ। ਸਤਿ ਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ, ਕਹਿ ਤੇ ਪਵਿੱਤ। ਸਤਿ ਗੁਰ ਰਹਿਆ ਭਰਪੂਰੇ।
ਬੇਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ ਜੀਓ। ਮਾਤ ਪਿਤਾ
ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਦਿਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਵਖਾਨਾ। ਸੁਕਾਹੁ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਈ। ਦਰਸ਼ਨ ਪਰਸੀਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੂਹੀ ਮਹੱਲਾ ਪੰਜਵਾਂ। ਹਰ ਚਰਨ ਕਮਲ ਕੀ ਟੇਕ, ਸਤਿਗੁਰ ਦਿੱਤੀ ਤੁਸ ਕੈ ਬਲਰਾਮ ਜੀਓ। ਹਰ ਚਰਨ ਕਮਲ ਕੀ ਟੇਕ, ਸਤਿਗੁਰ ਦਿੱਤੀ ਤੁਸ ਕੈ ਬਲਰਾਮ ਜੀਓ। ਹਰ ਅੰਮ੍ਰਿਤ ਭਰਿ ਭੰਡਾਰ, ਸਭ ਕਿਛ ਹੈ ਘਰ ਤਿਸ ਕੈ ਬਲਰਾਮ ਜੀਓ। ਬਾਬੁਲ ਮੇਰਾ ਵੱਡ ਸਮਰੱਥਾ, ਕਰਣ ਕਾਰਣ ਪ੍ਰਭ ਹਾਰਾ। ਜਿਸ ਸਿਮਰਤ ਦੁਖ ਕੋਈ ਨ ਲਾਗੈ, ਭਉ ਜਲ ਪਾਰ ਉਤਾਰਾ। ਆਦਿ ਜੁਗਾਦ ਭਗਤਨ ਕਾ ਰਾਖਾ, ਉਸਤਤ ਕਰ ਕਰ ਜੀਵਾ। ਨਾਨਕ ਨਾਮ ਮਹਾ ਰਸ ਮੀਠਾ, ਅਨ ਦਿਨ ਮਨ ਤਨ ਪੀਵਾ। ਹਰਿ ਆਪੇ ਲੈ ਮਿਲਾਏ, ਕਿਉ ਵਿਛੋੜਾ ਥੀਵਈ ਬਲਰਾਮ ਜੀਓ। ਜਿਸਨੂੰ ਤੇਰੀ ਟੇਕ, ਸੋ ਸਦਾ ਸਦ ਜੀਵਈ ਬਲਰਾਮ ਜੀਓ। ਤੇਰੀ ਟੇਕ ਤੁਝੈ ਤੇ ਪਾਈ, ਸਾਚੇ ਸਿਰਜਣਹਾਰਾ। ਜਿਸ ਤੇ ਖਾਲੀ ਕੋਈ ਨਾਹੀ, ਐਸਾ ਪ੍ਰਭੂ ਹਮਾਰਾ। ਸੰਤ ਜਨਾ ਮਿਲ ਮੰਗਲ ਗਾਇਆ, ਦਿਨ ਰੈਨ ਆਸ ਤੁਮਾਰੀ। ਸਫਲ ਦਰਸ ਭੇਟਿਆ ਗੁਰਪੂਰਾ, ਨਾਨਕ ਸਦ ਬਲਿਹਾਰੀ। ਸੰਭਲਿਆ ਸਚ ਥਾਨ, ਮਾਨ ਮਹਤ ਸਚ ਪਾਇਆ ਬਲਰਾਮ ਜੀਓ। ਸਤਿਗੁਰ ਮਿਲਿਆ ਦਿਆਲ, ਗੁਣ ਅਬਿਨਾਸੀ ਗਾਇਆ ਬਲਰਾਮ ਜੀਓ। ਗੁਣ ਗੋਵਿੰਦ ਗਾਓ ਨਿਤ ਨਿਤ, ਪ੍ਰਾਣ ਪ੍ਰੀਤਮ ਸੁਆਮੀਆਂ। ਸ਼ੁਭ ਦਿਵਸ ਆਏ ਗਹਿ ਕੰਠ ਲਾਏ, ਮਿਲੇ ਅੰਤਰ ਜਾਮੀਆਂ। ਸਤ ਸੰਤੋਖ ਵਜਹਿ ਵਾਜੇ, ਅਨਹਦਾ ਝੁਣਕਾਰੇ। ਸੁਣ ਭੈ ਬਿਨਾਸੇ ਸਗਲ ਨਾਨਕ, ਪ੍ਰਭ ਪੁਰਖ ਕਰਣੈ ਹਾਰੇ। ਉਪਜਿਆ ਤਤ ਗਿਆਨ, ਸਾਹੁਰੇ ਪਈਐ ਇਕ। ਹਰ ਬਲਰਾਮ ਜੀਓ, ਬ੍ਰਹਮੈ ਬ੍ਰਹਮ ਮਿਲਿਆ, ਕੋਈ ਨ ਸਾਕੈ ਭਿੰਨ ਕਰ ਬਲਰਾਮ ਜੀਓ। ਬਿਸਮ ਪੇਖੈ ਬਿਸਮ ਸੁਣੀਐ, ਬਿਸਮਾਦ ਨਦਰੀ ਆਇਆ। ਜਲ ਥਲ ਮਹੀਅਲ ਪੂਰਨ ਸੁਆਮੀ, ਘਟ ਘਟ ਰਹਿਆ ਸਮਾਇਆ। ਜਿਸ ਦੇ ਉਪਜਿਆ ਤਿਸ ਮਾਹਿ ਸਮਾਇਆ, ਕੀਮਤ ਕਹਿਣ ਨ ਜਾਏ। ਜਿਸ ਕੇ ਚਲਤ ਨ ਜਾਹੀ ਲਖਣੀ, ਨਾਨਕ ਤਿਸੈ ਧਿਆਏ। ਜਿਸ ਤੇ ਉਪਜਿਆ ਤਿਸ ਮਾਹਿ ਸਮਾਇਆ, ਕੀਮਤ ਕਹਿਣ ਨ ਜਾਏ। ਜਿਸ ਕੇ ਚਲਤ ਨ ਜਾਹੀ ਲਖਣੀ, ਨਾਨਕ ਤਿਸੇ ਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ।
ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।